वाहिगुरु जी का खालसा वाहिगुरु जी की फतेह। प्यारे दर्शकों, सिख चैनल की टीम इस वक्त खड़ी है गुरुद्वारा वलगुलगा ते ਤੁਹਾਡੇ ਨਾਲ ਇੱਕ ਵਿਸ਼ੇਸ਼ ਇੰਟਰਵਿਊ ਕਰਾਉਣੇ ਆ ਇੱਕ ਵਿਸ਼ੇਸ਼ ਵਿਅਕਤੀ ਦੇ ਨਾਲ ਜਿਨ੍ਹਾਂ ਦੇ ਕਿ ਪਿਤਾ ਵੀ ਇੱਥੇ ਆਏ। ਉਹਨਾਂ ਤੋਂ ਪਹਿਲਾਂ ਬਾਬਾ ਜੀ ਵੀ 1800 ਸਮਥਿੰਗ ਦੇ ਵਿੱਚ ਇੱਥੇ ਆਏ, ਬੜੀਆਂ ਘਾਲਣਾ ਘਾਲੀਆਂ। ਉਹਨਾਂ ਦੀ ਜ਼ਬਾਨੀ ਉਹਨਾਂ ਦੀ ਹਿਸਟਰੀ ਸੁਣੀਏ। ਤੇ ਇਸ ਵਕਤ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਇੰਟਰਵਿਊ ਲੈ ਰਹੇ ਹਾਂ। ਤੇ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣਾ ਸ਼ੁਭ ਨਾਮ ਜੀ? ਮੇਰਾ ਸ਼ੁਭ ਨਾਮ ਜੀ ਭੁਪਿੰਦਰ ਸਿੰਘ ਲੱਲੀ ਹੈ। ਭੁਪਿੰਦਰ ਸਿੰਘ ਲੱਲੀ ਜੀ, ਇਹ ਕਿਹੜਾ ਗੁਰਦੁਆਰਾ? ਕਿਉਂਕਿ ਦੋ ਗੁਰਦੁਆਰੇ ਜਿੱਥੇ ਆਪਾਂ ਖੜੇ ਹਾਂ। ਹਾਂਜੀ, ਇਹ ਗੁਰੂ ਨਾਨਕ ਸਿੱਖ ਟੈਂਪਲ ਗੁਰਦੁਆਰਾ ਹੈ ਜੀ। ਇਹਦੀ ਓਪਨਿੰਗ 1970 ਦੇ ਵਿੱਚ ਹੋਈ ਸੀ ਪਹਿਲੀ, ਜੋ ਉਸ ਵੇਲੇ ਇਹ ਛੋਟਾ ਗੁਰਦੁਆਰਾ ਸੀ। ਤੇ ਉਸ ਤੋਂ ਬਾਅਦ 1995 ਦੇ ਵਿੱਚ ਇਹ ਨਵੀਂ ਬਿਲਡਿੰਗ ਦੀ ਉਸਾਰੀ ਕੀਤੀ ਸੀ। ਤੇ ਸਰਦਾਰ ਭੁਪਿੰਦਰ ਸਿੰਘ ਜੀ, ਤੁਸੀਂ ਇੰਡੀਆ ਦੇ ਵਿੱਚ ਕਿਹੜਾ ਪਿੰਡ ਆ ਤੇ ਕਦੋਂ ਇੱਧਰ ਨੂੰ ਤੁਸੀਂ ਆਏ ਆਸਟ੍ਰੇਲੀਆ? ਸਾਡਾ ਜੀ ਪਿੰਡ ਛੋਟਾ ਜਿਹਾ ਪਿੰਡ ਲੱਲੀਆਂ ਆ, ਗੜਸ਼ੰਕਰ ਦੇ ਨਾਲ ਹੀ ਪੈਂਦਾ ਹੈ ਥੱਲੇ ਦੇ ਪਾਸੇ ਨੂੰ। ਤੇ ਅਸੀਂ ਅਪ੍ਰੈਲ 1967 ਦੇ ਵਿੱਚ ਆਸਟ੍ਰੇਲੀਆ ਪਹੁੰਚੇ ਸੀ। ਤੇ ਤੁਹਾਡੇ ਇੱਥੇ ਪਹਿਲਾਂ ਫਾਦਰ ਸਾਹਿਬ ਆਏ ਕਿ ਜਾਂ ਗ੍ਰੈਂਡ ਫਾਦਰ ਪਹਿਲਾਂ ਆਏ? ਸਭ ਤੋਂ ਪਹਿਲਾਂ ਜੀ ਸਾਡੇ ਗ੍ਰੈਂਡ ਫਾਦਰ ਸਾਹਿਬ 1897 ਦੇ ਵਿੱਚ ਇੱਥੇ ਆਸਟ੍ਰੇਲੀਆ ਦੇ ਵਿੱਚ ਆਏ ਆ। ਤੇ ਉਸ ਤੋਂ ਬਾਅਦ ਸਾਡੇ ਫਾਦਰ ਹੁਣੇ 1937 'ਚ ਆਏ ਸੀ। ਤੇ 1939 ਦੇ ਵਿੱਚ ਉਹ ਵਾਪਸ ਇੰਡੀਆ ਚਲੇ ਗਏ ਸੀ। ਤੇ ਵਾਪਸ ਜਾ ਕੇ ਉਹਨਾਂ ਨੇ ਆਪਣਾ 45 ਦੇ ਵਿੱਚ ਢਾਡੀ ਜਥਾ ਬਣਾਇਆ। ਅਮਰ ਸਿੰਘ ਸ਼ੌਂਕੀ ਉਹਨਾਂ ਦੇ ਖਾਸ ਢਾਡੀ ਸਨ। ਤੇ ਉਸ ਤੋਂ ਉਪਰੰਤ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਵੀ ਕਾਫੀ ਯੋਗਦਾਨ ਪਾਇਆ। ਸਮੇਂ ਦੇ ਨਾਲ ਪੰਜਾਬੀ ਸੂਬੇ ਦੇ ਘਾਲਣਾ ਦੇ ਵਿੱਚ ਕਾਫੀ ਪਾਇਆ। ਘਰ ਦੀਆਂ ਕੁਰਕੀਆਂ ਵੀ ਹੋਈਆਂ ਸਾਡੇ। ਉਹਨਾਂ ਨੇ ਜੇਲ੍ਹਾਂ ਵੀ ਬਹੁਤ ਕੱਟੀਆਂ। ਤੇ ਜਦੋਂ ਵੀ ਇੱਧਰੋਂ 1963 ਦੇ ਵਿੱਚ ਫਿਰ ਉਹ ਵਾਪਸ ਜਦੋਂ ਆਏ ਸੀ ਤੇ ਮੁੜ ਕੇ 65 'ਚ ਗਏ। ਤੇ ਜਾਂਦਿਆਂ ਨੂੰ ਹੀ ਮਾਹਟ ਤਾਰਾ ਸਿੰਘ ਨੇ ਮੋਰਚਾ ਲਾਇਆ ਹੋਇਆ ਸੀ। ਤੇ ਉਹਨਾਂ ਨੂੰ ਗੜਸ਼ੰਕਰ ਤੋਂ ਹੀ ਅਰੈਸਟ ਕਰ ਲਿਆ ਗਿਆ ਸੀ ਤੇ ਪਿੰਡ ਵੀ ਨਹੀਂ ਪਹੁੰਚਣ ਦਿੱਤਾ ਸੀ। ਸੋ ਆਪਣੇ ਭਾਈ ਭੁਪਿੰਦਰ ਸਿੰਘ ਜੀ, ਤੁਹਾਡੇ ਜਿਹੜੇ ਬਾਬਾ ਜੀ ਸੀ ਉਹ 1897 ਦੇ ਵਿੱਚ ਇੱਥੇ ਆਏ। ਉਹ ਕਾਹਦੇ ਲਈ ਆਏ ਤੁਹਾਨੂੰ ਪਤਾ? ਕੀ ਕੰਮ ਉਹਨਾਂ ਇੱਥੇ ਆਣ ਕੇ ਕੀਤੇ? ਉਹਨਾਂ ਟਾਈਮਾਂ 'ਚ ਬਹੁਤ ਪੰਜਾਬੀ ਘੱਟ ਆਉਂਦੇ ਸੀ। ਵੈਸੇ ਤਾਂ ਜੀ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਉੱਥੇ ਪਿੰਡਾਂ ਦੇ ਵਿੱਚ ਬਜ਼ੁਰਗ ਹੁੰਦੇ ਸੀ, ਕਿਉਂਕਿ ਬ੍ਰਿਟਿਸ਼ ਕਲੋਨੀ ਸੀਗੀ, ਆਪਣੇ ਬ੍ਰਿਟਿਸ਼ ਸੀਗੇ। ਤੇ ਉਸ ਵੇਲੇ ਪਾਸਪੋਰਟ ਦੀ ਵੀ ਨਹੀਂ ਲੋੜ ਪੈਂਦੀ ਸੀ। ਸਿਰਫ ਤੁਸੀਂ ਆਪਣਾ ਜਹਾਜ਼ ਫੜੋ ਕਲਕੱਤੇ ਤੋਂ ਤੇ ਆ ਕੇ ਤੁਸੀਂ ਸਿਡਨੀ ਜਾਂ ਜਿੱਥੇ ਵੀ ਮੈਲਬੋਰਨ ਉਤਰਨ ਦਿੱਤੇ ਜਾਂਦੇ ਸੀਗੇ। ਮੈਲਬੋਰਨ ਉਤਰਦੇ ਸੀ ਕਿਉਂਕਿ ਸਿਡਨੀ ਦੇ ਵਿੱਚ ਨਹੀਂ ਉਤਰਨ ਦਿੱਤੇ ਜਾਂਦੇ ਸੀ। ਤੇ ਫਿਰ ਉਹ ਮੈਲਬੋਰਨ ਤੋਂ ਸਿੱਧੇ ਹੀ ਕਿਊਜ਼ਲੈਂਡ ਜਾਂਦੇ ਸਨ, ਕਹਿੰਦੇ, ਜੋ ਸਾਨੂੰ ਪਤਾ ਹੈ। ਤਾਂ ਉਸ ਵੇਲੇ ਉਹ ਦੱਸਦੇ ਪਏ, ਕਿਉਂਕਿ ਇੱਥੇ ਥੋੜ੍ਹਾ ਜਿਹਾ ਬਲੈਕ ਐਂਡ ਵਾਈਟ ਪਾਲਿਸੀ ਚੱਲਦੀ ਸੀਗੀ। ਤੇ ਇਸ ਕਰਕੇ ਨਿਊ ਸਾਊਥ ਵੇਲ ਨੂੰ ਨਵਾਂ ਆਸਟ੍ਰੇਲੀਆ ਕਿਹਾ ਜਾਂਦਾ ਸੀ। ਕਿ ਜਦੋਂ ਵੀ ਘਰ ਗੱਲਾਂ ਕਰਦੇ ਹੁੰਦੇ ਸੀ, ਜਦ ਅਸੀਂ ਛੋਟੇ ਹੁੰਦੇ ਸੀ, ਤਾਂ ਸਾਡੇ ਭੂਆ ਜੀ ਹੁਣੀ ਕਹਿਣਾ ਕਿ ਸਾਡੇ ਫਾਦਰ ਹੁਣੀ, ਮਤਲਬ ਸਾਡੇ ਬਾਬਾ ਜੀ ਪੁਰਾਣੇ ਤੇਲੀਏ, ਜਾਣੀ ਕਿਊਜ਼ਲੈਂਡ ਨੂੰ ਪੁਰਾਣਾ ਤੇਲੀਆ ਕਿਹਾ ਜਾਂਦਾ ਸੀਗਾ। ਸੋ ਸਰਦਾਰ ਭੁਪਿੰਦਰ ਸਿੰਘ ਜੀ, 1897 ਦੇ ਵਿੱਚ ਤੁਹਾਡੇ ਬਾਬਾ ਜੀ ਇੱਥੇ ਆਏ। ਉਹਨਾਂ ਸਮਿਆਂ 'ਚ ਪਾਸਪੋਰਟ ਦੀ ਲੋੜ ਨਹੀਂ ਸੀ, ਬੜੀਆਂ ਘਾਲਣਾ ਕਾਲੀਆਂ। ਤੇ ਇਹ ਜਿਹੜਾ ਆਸਟ੍ਰੇਲੀਆ ਦੇ ਸਿੱਖਾਂ ਦਾ ਫਸਟ ਸਿੱਖ ਗੁਰਦੁਆਰਾ ਵੀ ਇੱਥੇ ਹੀ ਆ। ਤੇ ਸਭ ਤੋਂ ਜ਼ਿਆਦਾ ਜਿਹੜੇ ਸਿੱਖ ਆ ਇਹ ਵਲਗੁਲਗਾ ਹੀ ਕਿਉਂ ਨਾ ਚੁਣਿਆ, ਜਿੱਦਾਂ ਸਿਡਨੀ ਮੈਲਬੌਰਨ 'ਚ ਕਿਉਂ ਨਹੀਂ ਦੱਸਦੇ ਆ ਕਿ ਸਿੱਖ ਸਭ ਤੋਂ ਪਹਿਲਾਂ ਇੱਥੇ ਹੀ ਆਏ? ਉਹਦਾ ਮੇਨ ਕਾਰਨ ਇਹ ਸੀਗਾ ਜੀ, ਪਹਿਲਾਂ ਤਾਂ ਇਹ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਇਸ ਏਰੀਏ ਦੇ ਵਿੱਚ ਆਪਣਾ ਨਵੇਂ ਸ਼ਹਿਰ ਦਾ ਏਰੀਆ ਹੀ ਬਹੁਤਾ ਆਇਆ ਸੀਗਾ। ਤੇ ਉਸ ਵੇਲੇ ਵੀ ਜੋ ਤੁਸੀਂ ਜ਼ਮੀਨਾਂ ਖਰੀਦਣੀਆਂ ਸੀ, ਕਿਉਂਕਿ ਅਸੀਂ ਫਾਰਮਿੰਗ ਕਮਿਊਨਿਟੀ ਦੇ ਵਿੱਚੋਂ ਆਏ ਪਿੱਛੋਂ। ਤੇ ਸਾਡਾ ਹਮੇਸ਼ਾ ਹੀ ਜ਼ਮੀਨ ਦੇ ਨਾਲ ਪਿਆਰ ਰਿਹਾ ਆ। ਤੇ ਜਦੋਂ ਇੱਥੇ ਆ ਕੇ ਤਾਂ ਜਿਹੜਾ ਗੰਨੇ ਦੇ ਫਾਰਮ ਸੀਗੇ ਜਾਂ ਗਾਈਆਂ ਦੇ ਫਾਰਮ ਸੀਗੇ ਜਾਂ ਹੋਰ ਕੋਈ ਫਾਰਮ ਸੀਗੇ, ਉਹ ਵੱਡੇ ਦੂਜੇ ਦੇ ਸੀਗੇ ਸਕੇਲ 'ਤੇ ਸੀ, ਉਹਨਾਂ ਨੂੰ ਲੈਣਾ ਬੜਾ ਮੁਸ਼ਕਿਲ ਸੀਗਾ। ਤੇ ਇਸ ਕਰਕੇ ਵਲਗੁਲਗੇ ਦੇ ਵਿੱਚ ਜਦੋਂ ਇੱਥੇ ਕੇਲੇ ਦੀ ਖੇਤੀ ਹੁੰਦੀ ਸੀਗੀ, ਜਿਹੜੇ ਕੇਲੇ ਦੇ ਫਾਰਮ ਸੀਗੇ ਉਹ ਛੋਟੇ ਸਕੇਲ 'ਤੇ ਸੀਗੇ। 5 ਏਕੜ ਦਾ ਵੀ ਲੈ ਸਕਦੇ ਸੀਗੇ, 10 ਏਕੜ ਦਾ ਵੀ ਲੈ ਸਕਦੇ ਸੀ ਤੁਸੀਂ। ਤੇ ਉਹ ਜਦੋਂ ਉਸ ਵੇਲੇ ਜਿਹੜੇ ਗੋਰੇ ਲੋਕ ਸੀਗੇ, ਇਹ ਕੇਲੇ ਤੋਂ ਬਾਹਰ ਹੋ ਰਹੇ ਸੀਗੇ। ਇਹ ਤਕਰੀਬਨ ਤੁਹਾਨੂੰ ਮੁਫਤ ਹੀ ਸਮਝ ਲਓ ਵੀ ਉਸ ਲਈ, ਭਾਵੇਂ ਤੁਹਾਡੇ ਕੋਲ $500 ਜਾਂ $200 ਹੈਗਾ ਆ, ਤੇ ਕਹਿੰਦੇ ਸੀ ਸਾਨੂੰ $500 ਦੇ ਦਿਓ, ਬਾਕੀ ਤੁਸੀਂ ਸਾਨੂੰ ਹੌਲੀ $40 $50 ਮਹੀਨੇ ਦੇ ਦਿਓ। ਜਾਂ ਕਿ ਹੋਰ ਫਰੂਟ ਦੇ ਹੁੰਦਾ ਸੀ ਵੀ ਜਦੋਂ ਤੁਸੀਂ ਕੇਲਾ ਕੱਟਣਾ ਹੈਗਾ, ਜੋ ਮਾਰਕੀਟ ਤੋਂ ਭਾਅ ਮਿਲਿਆ, ਤੁਹਾਨੂੰ ਪੈਸੇ ਆਏ ਆ, ਅੱਧਾ ਸਾਨੂੰ ਦੇ ਦਿਓ, ਅੱਧਾ ਤੁਸੀਂ ਆਪ ਰੱਖ ਲਿਓ। ਇਸ ਤਰੀਕੇ ਦੇ ਨਾਲ ਫਿਰ ਸਾਨੂੰ ਉਹ ਫਾਰਮ ਖਰੀਦਣੇ ਸਿਖਾਲੇ ਸੀਗੇ। ਤੇ ਉਸ ਤੋਂ ਬਾਅਦ ਫਿਰ ਫਸਟ ਸਿੱਖ ਟੈਂਪਲ ਬਣ ਗਿਆ।
ਫਾਸਟ ਟੈਂਪਲ ਬਣਨ ਦੇ ਨਾਲ ਫਿਰ ਇਹਦੀ ਫੋਰ ਕੋਰਨਰ ਦੇ ਉੱਤੇ ਆਏ। ਫੋਰ ਕੋਰਨਰ ਦੇ ਨਾਲ ਫਿਰ ਜਿਹੜੇ ਆਪਣੇ ਬਾਹਰਲੇ ਸਿੱਖ ਸੀਗੇ ਉਹਨਾਂ ਨੂੰ ਵੀ ਪਤਾ ਲੱਗਾ ਵੀ ਬਲਗੁਲਗੇ ਦੇ ਵਿੱਚ ਕੋਈ ਲੋਕੀ ਰਹਿੰਦੇ ਆ। ਤੇ ਜਦੋਂ ਤੁਹਾਨੂੰ ਪਤਾ ਤੁਹਾਡੇ ਬਾਬਾ ਜੀ ਇੱਥੇ ਆਏ, ਫਿਰ ਤੁਹਾਡੇ ਫਾਦਰ ਸਾਹਿਬ ਇੱਥੇ ਆਏ, ਤੇ ਉਹ ਤੁਹਾਡੇ ਫਾਦਰ ਸਾਹਿਬ ਦੱਸਦੇ ਹੋਣੇ ਆ ਕਿ ਜਦੋਂ ਜਾਂ ਤੁਹਾਡੇ ਤੁਸੀਂ ਸੁਣਿਆ ਆਪਣੇ ਪਿਤਾ ਜੀ ਕੋ ਕਿ ਤੁਹਾਡੇ ਬਾਬਾ ਜੀ ਟਾਈਮ ਇੱਥੇ ਕਿੰਨੇ ਕੁ ਸਿੱਖ ਰਹਿੰਦੇ ਸੀ ਉਹਨਾਂ ਸਮਿਆਂ, ਜਾਂ ਤੁਹਾਡੇ ਪਿਤਾ ਜੀ ਦੇ ਟਾਈਮ ਤੇ ਇੱਥੇ ਬਲਗੁਲਗਾ 'ਚ ਜਾਂ ਆਸਟ੍ਰੇਲੀਆ 'ਚ ਸਿੱਖਾਂ ਦੀ ਕਿੰਨੀ ਕੁ ਆਬਾਦੀ ਸੀ? ਉਸ ਵੇਲੇ ਤੇ ਇੱਦਾਂ ਤਾਂ ਉਹਨਾਂ ਨੇ ਕਦੇ ਬਹੁਤਾ ਗੱਲ ਨਹੀਂ ਕੀਤੀ, ਪਰ ਉਸ ਵੇਲੇ ਨੌਰਥ ਕਿਊਜ਼ਲੈਂਡ ਦੇ ਵਿੱਚ ਹੀ ਆਪਣੇ ਸਿੱਖ ਹੁੰਦੇ ਸੀਗੇ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਨਿਊ ਸਾਊਥ ਵੇਲ ਦੇ ਵਿੱਚ ਤੇ ਵੜਨ ਨਹੀਂ ਦਿੱਤਾ ਜਾਂਦਾ ਸੀਗਾ। ਕਿਉਂਕਿ ਜਿਸ ਤਰ੍ਹਾਂ ਕਿ ਸੁਣਨੇ ਦੇ 'ਚ ਆਇਆ ਕਿ ਜਦੋਂ ਵੀ ਆਪਣੇ ਵਿਕਟੋਰੀਆ ਤੋਂ ਸਿੱਖਾਂ ਨੇ ਜਾਣਾ ਹੁੰਦਾ ਸੀਗਾ ਤਾਂ ਨਿਊ ਸਾਊਥ ਵੇਲ ਦੇ ਵਿੱਚ ਨਹੀਂ, ਉਹ ਜੰਗਲਾਂ ਦੇ ਵਿੱਚ ਹੀ ਹੋ ਕੇ ਹੀ ਨਿਊ ਕਿਊਜ਼ਲੈਂਡ ਨੂੰ ਜਾਂਦੇ ਸਨ, ਤੇ ਰਾਤ ਬਰਾਤੇ ਹੋ ਕੇ ਉਹ ਵੀ ਜਾਣਾ ਹੁੰਦਾ ਸੀਗਾ। ਤੇ ਫਿਰ ਕਿਊਜ਼ਲੈਂਡ ਦੇ ਵਿੱਚ ਹੀ ਉਹਨਾਂ ਨੂੰ ਵੀ ਕੰਮ ਮਿਲਦਾ ਸੀ। ਨੌਰਥ ਕਿਊਜ਼ਲੈਂਡ ਦੇ ਵਿੱਚ ਗੰਨੇ ਦੇ ਫਾਰਮ, ਉਹਨਾਂ ਦੇ ਗੰਨੇ ਦੇ ਫਾਰਮਾਂ ਵਿੱਚ ਵੀ ਨਹੀਂ ਕੰਮ ਦਿੰਦੇ ਸੀ, ਕਿਉਂਕਿ ਉਹ ਕਹਿੰਦੇ ਸੀ ਵੀ ਸ਼ੂਗਾ ਕਾਲਾ ਹੋ ਜਾਣਾ ਆ ਜੇ ਕਾਲਿਆਂ ਨੂੰ ਕੰਮ ਦਿੱਤਾ ਆ। ਤੇ ਮੋਸਟਲੀ ਉਹ ਅਤਾਟਨ ਟੇਬਲਲੈਂਡ ਹੈ, ਉੱਥੇ ਪਾਪਾ ਜੀ ਹੁਣੀ ਦੱਸਦੇ ਹੁੰਦੇ ਸੀ ਵੀ ਉੱਥੇ ਆਪਣੀਆਂ ਛੱਲੀਆਂ ਛਿੱਲਣ ਦਾ ਕੰਮ, ਛੱਲੀਆਂ ਕੱਢਣ ਦਾ ਕੰਮ ਹੁੰਦਾ ਸੀ ਬਹੁਤਾ, ਤੇ ਜਾਂ ਹੋਰ ਗਾਈਆਂ ਗੂਈਆਂ ਦਾ ਕੰਮ ਉਹ ਬਜ਼ੁਰਗ ਫਿਰ ਕਰਦੇ ਹੁੰਦੇ ਸੀ। ਤੇ ਸਰਦਾਰ ਭੁਪਿੰਦਰ ਸਿੰਘ ਜੀ, ਜਿਸ ਹਿਸਾਬ ਨਾਲ ਤੁਸੀਂ ਗੱਲ ਕਰਦੇ ਜਦੋਂ 1963 ਤੁਹਾਡੇ ਪਿਤਾ ਜੀ ਆਏ ਆ, ਜਾਂ ਦੱਸਦੇ ਆ ਤੁਹਾਡੇ ਬਾਬਾ ਜੀ ਆਏ ਆ, ਕੇਲਿਆਂ ਦੇ ਜਿਹੜੇ ਆ ਛੋਟੇ ਛੋਟੇ ਫਾਰਮ, ਉਦੋਂ ਜ਼ਮੀਨ ਦਾ ਕੀ ਰੇਟ ਹੋਊਗਾ ਉਹਨਾਂ ਸਮਿਆਂ ਦੇ ਵਿੱਚ? ਦੇਖੋ ਜੀ, ਮੈਨੂੰ ਹੁਣ ਉਸ ਵੇਲੇ ਤਾਂ ਜ਼ਮੀਨ ਦਾ ਰੇਟ ਤਾਂ ਉਸ ਹਿਸਾਬ ਨਾਲ ਤਾਂ ਬੜਾ ਮਹਿੰਗਾ ਲੱਗਦਾ ਸੀਗਾ ਵੀ ਉਸ ਵੇਲੇ, ਕਿਉਂਕਿ ਜਦੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ ਤੇ ਮੈਨੂੰ ਉਸ ਵੇਲੇ $35 ਤੇ 50 ਪੈਸੇ ਹਫ਼ਤੇ ਦੇ ਮਿਲਦੇ ਸੀਗੇ। ਸੋ ਇੱਥੋਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਉਸ ਵੇਲੇ ਬਿਜ਼ਨਸ ਵੀ ਬਹੁਤ ਘੱਟ ਸੀ, ਪਰ ਘੱਟ ਨਹੀਂ ਸੀ। ਪਰ ਜੇ ਹੁਣ ਅੱਜ ਕੱਲ੍ਹ ਪੈਸਾ ਵੀ ਤਾਂ ਲੱਗਦਾ ਵੀ ਬਹੁਤ ਬਣਦਾ ਆ, ਵੀ ਬਿਜ਼ਨਸ ਬਹੁਤ ਆ, ਪਰ ਉਸ ਦੇ ਨਾਲ ਨਾਲ ਮਹਿੰਗਾਈ ਵੀ ਬਹੁਤ ਆ। ਉਹਨਾਂ ਦਿਨਾਂ ਦੇ ਵਿੱਚ ਤੁਸੀਂ $1 ਸ਼ਾਪ ਨੂੰ ਲੈ ਜਾਓ ਤਾਂ $1 ਨਹੀਂ ਤੁਹਾਡਾ ਮੁੱਕਦਾ ਸੀਗਾ। ਗੱਲ ਤੁਹਾਡੀ ਸਹੀ ਵੀ ਉਹਨਾਂ ਸਮਿਆਂ 'ਚ $35 ਇੱਕ ਹਫ਼ਤੇ ਦੇ ਬਣਦੇ ਸੀਗੇ, ਤੇ ਅੱਜ ਤਕਰੀਬਨ 1000 1200 $1500 ਬਣ ਰਿਹਾ। ਗੱਲ ਤਕਰੀਬਨ ਉੱਥੇ ਹੀ ਆ। ਹਾਂਜੀ, ਉੱਥੇ ਦੀ ਉੱਥੇ ਹੀ ਆ ਵੀ ਉਹ ਜਿੰਨਾ ਕੁ ਖਰਚਾ ਆ। ਹੁਣ ਉਹਨਾਂ ਦਿਨਾਂ ਦੇ ਵਿੱਚ ਜਦੋਂ ਮੈਨੂੰ ਪਤਾ ਕਿ ਅਸੀਂ ਵੀ ਚਲੋ ਨਿਆਣੇ ਸੀਗੇ, ਮੱਛੀ ਚਿੱਪ ਲੈਣ ਜਾਣਾ ਆ ਤੇ 20 ਸੈਂਟ ਦੇ 20 ਪੈਸੇ ਲੈ ਕੇ ਚੱਲ ਜਾਣਾ ਹੈਗਾ। 20 ਪੈਸਿਆਂ ਦੇ ਨਾਲ ਅਗਲੇ ਨੇ ਐਡਾ ਬੜਾ ਭਰ ਕੇ ਦੇ ਦੇਣਾ ਮੱਛੀ ਦਾ, ਤਾਂ ਵਿੱਚੇ ਚਿੱਪਾਂ ਦਾ, ਤੇ ਭਾਵੇਂ 3-4 ਬੰਦੇ ਰੱਜ ਲੈਂਦੇ ਸੀ ਉਹਦੇ ਨਾਲ। ਤੇ ਸਰਦਾਰ ਭੁਪਿੰਦਰ ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਦੱਸਦੇ, ਤੁਸੀਂ ਕੀ ਕਾਰੋਬਾਰ ਇਸ ਵਕਤ ਇੱਥੇ ਕਰ ਰਹੇ ਹੋ? ਦੇਖੋ ਜੀ, ਮੈਂ ਪਹਿਲਾਂ ਤਾਂ ਬਨਾਨਾ ਗਰੋ ਕੀਤਾ 35 ਸਾਲ, ਤੇ ਉਸ ਤੋਂ ਬਾਅਦ ਆ ਫਿਰ ਹੁਣ ਮੇਰਾ ਲੜਕਾ ਆ ਉਹ ਬਲੂਬੈਰੀ ਫਾਰਮ ਆ ਉਹਦੇ ਕੋਲ, ਨਾਲ ਨਾਲ ਉਹ ਰਾਸਬਰੀਆਂ ਤੇ ਬਲੈਕਬੈਰੀਆਂ ਦਾ ਵੀ ਗਰੋ ਕਰਦਾ ਹੈਗਾ। ਤਿੰਨੇ ਫਸਲਾਂ ਸਾਡੇ ਕੋਲ ਆ। ਤੇ ਦੱਸਦੇ ਆ ਕਿ ਇੱਥੇ ਜਿਹੜਾ ਬਨਾਨੇ ਦੀ ਖੇਤੀ ਸਾਰੇ ਆਸਟ੍ਰੇਲੀਆ 'ਚ ਬਹੁਤ ਜ਼ਿਆਦਾ ਸੀ ਪਹਿਲਿਆਂ ਸਮੇਂ। ਹਾਂਜੀ, ਪਹਿਲਾਂ ਤਾਂ ਇਹਨੂੰ ਬਨਾਨਾ ਕੈਪੀਟਲ ਹੀ ਕਹਿੰਦੇ ਸੀਗੇ, ਕੌਸਾਬਾ ਬਨਾਨਾ ਕੈਪੀਟਲ ਹੈਗਾ ਆ। ਪਰ ਫਿਰ ਹੌਲੀ ਹੌਲੀ 1991 ਤੋਂ ਬਾਅਦ ਐਸਾ ਹੋਇਆ ਕਿ ਉਹ ਜਿਹੜੇ ਗੰਨੇ ਦਾ ਭਾਅ ਡਿੱਪਿਆ ਬਹੁਤ ਉਹਨਾਂ ਦਿਨਾਂ ਦੇ ਵਿੱਚ, ਤੇ ਜਿਹੜੇ ਨੌਰਥ ਕਿਊਜ਼ਲੈਂਡ ਦੇ ਗਰੋਅਰ ਗੰਨੇ ਦੇ ਗਰੋਏ ਸੀਗੇ ਨਾ, ਉਹਨਾਂ ਨੇ ਕੀ ਕੀਤਾ ਵੀ ਆਪਣੇ ਗੰਨੇ ਪੱਟ ਕੇ ਤੇ ਬਨਾਨੇ ਲਾਣੇ ਸ਼ੁਰੂ ਕਰ ਦਿੱਤੇ, ਕਿਉਂਕਿ ਉਹ ਟ੍ਰੋਪੀਕਲ ਏਰੀਆ ਆ। ਤੇ ਸਾਡੇ ਕੋਲ ਜਿਹੜਾ ਇੱਥੇ ਬਨਾਨਾ 18 ਮਹੀਨੇ ਜਾਂ 22 ਮਹੀਨੇ 20 ਮਹੀਨੇ ਦੇ ਵਿੱਚ ਹੁੰਦਾ ਆ, ਉਹ ਉਹਨਾਂ ਦਾ 7-8 ਮਹੀਨੇ ਦੇ ਵਿੱਚ ਰੈਡੀ ਹੋ ਜਾਂਦਾ ਸੀਗਾ। ਤੇ ਇਸ ਕਰਕੇ ਉਹਨਾਂ ਦੇ ਕੋਲ ਏਕਰਜ਼ ਵੀ ਬਹੁਤ ਜ਼ਿਆਦਾ ਸੀਗੇ। ਸਾਡੇ ਕੋਲ ਇੱਥੇ ਪਹਾੜੀਆਂ 'ਤੇ ਕੰਮ ਕਰਨਾ ਪੈਂਦਾ ਸੀ। ਇੱਕ ਫੈਮਿਲੀ 15 ਏਕੜ ਵੱਧ ਤੋਂ ਵੱਧ ਦੇਖਭਾਲ ਕਰ ਸਕਦੀ ਸੀ, 20 ਏਕੜ ਦਾ। ਤੇ ਉੱਥੇ ਉਹਨਾਂ ਨੇ ਫਿਰ ਹਜ਼ਾਰਾਂ ਏਕੜਾਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ। ਤੇ ਜਦੋਂ ਉੱਧਰੋਂ ਫਿਰ ਬਨਾਨਾ ਜ਼ਿਆਦਾ ਹੋਣ ਲੱਗ ਪਿਆ ਤਾਂ ਫਿਰ ਸਾਡੀ ਮਾਰਕੀਟ ਮਰ ਗਈ। ਤੇ ਮਾਰਕੀਟ ਦੇ ਵਿੱਚ ਜਿੱਦਾਂ ਹੁਣ ਬੜੀਆਂ ਕੰਪਨੀਆਂ ਬੁੱਲਵਰਥ ਵਾਲੇ ਸੇ, ਖੋਲਸ ਵਾਲੇ, ਸ਼ੌਪਾਂ ਵਾਲੇ ਆ, ਤੇ ਉਹਨਾਂ ਨੂੰ ਇੱਥੋਂ ਜੇ ਬਨਾਨਾ ਲੈਣਾ ਹੁੰਦਾ ਸੀ ਤੇ ਉਹ ਘੱਟੋ ਘੱਟ ਉਹਨਾਂ ਨੂੰ 20-25-30 ਗਰੋਇਆਂ ਨੂੰ ਨਾਲ ਸੰਪਰਕ ਕਰਨਾ ਪੈਂਦਾ ਸੀ। ਤੇ ਜਦੋਂ ਕਿਊਜ਼ਲੈਂਡ ਦੇ ਵਿੱਚ ਬਨਾਨਾ ਹੋਣਾ ਸ਼ੁਰੂ ਹੋ ਗਿਆ ਤੇ ਉਹਨਾਂ ਨੂੰ ਇੱਕ ਗਰੋਏ ਦੇ ਨਾਲ ਹੀ ਸੰਪਰਕ ਕਰਕੇ ਉਹ ਭਾਵੇਂ ਉੱਥੋਂ 10,000 ਕਾਰਟਨ ਮੰਗਾ ਲੈਣ, ਚਾਹੇ 20,000 ਕਾਰਟਨ ਮੰਗਾ ਲੈਣ। ਸਰਦਾਰ ਭੁਪਿੰਦਰ ਸਿੰਘ ਜੀ, ਤੁਸੀਂ ਆਪਣੇ ਗ੍ਰੈਂਡਫਾਦਰ ਜਿਹੜੇ 1897 ਵਿੱਚ ਆਏ ਉਹ ਤੁਸੀਂ ਵੇਖੇ ਸੀ? ਨਹੀਂ ਜੀ, ਸਾਨੂੰ ਤਾਂ ਪਤਾ ਵੀ ਨਹੀਂ ਸੀਗੀ। ਪਤਾ ਹੀ ਹੈ, ਅਸੀਂ ਤਾਂ 52 ਦਾ ਮੇਰਾ ਜਨਮ ਆ, 1850 ਦੇ ਵਿੱਚ ਉਹ ਇਸ ਦੁਨੀਆ ਤੋਂ ਚਲਾਣਾ ਕਰ ਗਏ ਆ। ਤੇ ਜਿਹੜੇ ਤੁਹਾਡੇ ਫਾਦਰ ਸਾਹਿਬ ਵੀ 1934 ਜਿੱਥੇ ਆਏ? 1937 ਦੇ ਵਿੱਚ ਆਏ ਸੀਗੇ ਜੀ ਪਹਿਲਾਂ, ਤੇ ਫਿਰ ਵਾਪਸ ਕਦੋਂ ਚਲ ਗਏ? ਫਿਰ 39 ਦੇ ਵਿੱਚ, 39 ਦੇ ਵਿੱਚ ਉਹ ਵਾਪਸ ਮੁੜ ਕੇ ਚਲ ਗਏ ਸੀ। ਕਿਹੜਾ ਕੰਮ ਕਰਦੇ ਸੀ ਇੱਥੇ ਉਹ? ਬਸ ਉਹ ਪਹਿਲਾਂ ਆਹੀ ਤੁਹਾਨੂੰ ਦੱਸਿਆ ਨਾ, ਛੱਲੀਆਂ ਦਾ ਹੀ ਕੱਢਣ ਦਾ ਕੰਮ ਸੀਗਾ। ਇੰਡੀਆ ਦੇ ਵਿੱਚੋਂ ਉਹ ਆਪਣੇ ਫਗਵਾੜੇ ਦੇ ਲਾਗੇ ਜਿਹੜਾ ਗੁਰਦੁਆਰਾ ਸੁਖਚੈਨ ਜੀ ਆਣਾ ਆ,
ਤੇ ਉਹ ਉੱਥੇ ਸੰਤ ਸੰਤੋਖ ਸਿੰਘ ਹੁੰਦੇ ਸੀ, ਉਹ ਉਹਨਾਂ ਦੇ ਜਥੇ ਦੇ ਵਿੱਚ ਜਾਣੀ ਸੰਤਾਂ ਦੇ ਨਾਲੇ ਜਥੇ ਦੇ ਵਿੱਚ ਹੀ ਰਲੇ ਹੋ ਸੀਗੇ, ਕੀਰਤਨੀ ਜਥੇ ਦੇ ਨਾਲ ਰੱਖ ਲਓ। ਤੇ ਕਹਿੰਦੇ ਹੁੰਦੇ ਆ ਜਿਹਨਾਂ ਚੱਟੇ ਸਾਧਾਂ ਦੇ ਪਤੀਲੇ ਮੋੜ ਰਲੇ ਨਾ ਕਬੀਲੇ ਵਾਲੀ ਗੱਲ ਸੀ। ਉਹ ਫਿਰ ਜਦੋਂ ਉਹਨਾਂ ਨੇ ਇੱਥੇ ਕੰਮ ਕਰਨਾ ਪਿਆ 2 ਸਾਲ ਆ ਕੇ 1.5 ਸਾਲ, ਤੇ ਉਹਨਾਂ ਨੂੰ ਉਹ ਕੰਮ ਨਹੀਂ ਪਸੰਦ ਆਇਆ ਤੇ ਉਹ ਵਾਪਸ ਫਿਰ ਇੰਡੀਆ ਨੂੰ ਚਲ ਗਏ। ਹਾਂਜੀ, ਦੱਸ ਦਿਆ ਕਿ ਜੇਠ ਹਾੜ ਦੀ ਗਰਮੀ ਵੇਖ ਕੇ ਜਿਹੜਾ ਵਾ ਉਹ ਵੀ ਕਈ ਸਾਧ ਬਣ ਜਾਂਦੇ, ਇੰਨੀ ਜਿਹੜੀ ਆ ਜ਼ਿਆਦਾ ਗਰਮੀ ਹੁੰਦੀ ਆ ਤਪਸ਼, ਉਹੀ ਗਰਮੀ ਜਿਹੜੀ ਇੱਥੇ ਸੀ। ਤੇ ਉਹ 37 ਦੇ ਵਿੱਚ ਆਏ, ਫਿਰ ਗਏ, ਫਿਰ ਆਏ, ਫਿਰ ਕਦੋਂ ਗਏ, ਫਿਰ ਕਦੋਂ ਆਏ? ਉਹ ਜੀ ਫਿਰ ਪਹਿਲਾਂ 58 ਦੇ ਵਿੱਚ ਇੱਧਰੋਂ ਚਿੱਠੀ ਗਈ ਸੀ ਬੈਂਕ ਦੀ ਕਿ ਬਾਬਾ ਜੀ ਦੇ ਡੈਥ ਸਰਟੀਫਿਕੇਟ ਚਾਹੀਦਾ, ਕਿਉਂਕਿ ਸਾਡੇ ਪੈਸੇ ਉਹ ਛੱਡ ਗਏ ਸੀ ਪਾਪਾ ਜੀ ਦੇ ਨਾਂ ਤੇ ਫਿਰ ਉਹ ਟਰਾਈ ਕੀਤੀ 2-4 ਵਾਰੀ, ਉਹ ਰਿਜੈਕਟ ਹੋ ਗਈ। ਤੇ ਫਿਰ ਸਾਡੇ ਇੱਥੇ ਰਿਸ਼ਤੇਦਾਰ ਸੇ, ਉਹਨਾਂ ਨੇ ਇੱਕ ਵਕੀਲ ਦੇਖਿਆ, ਵਕੀਲ ਨੂੰ ਜਦ ਦੱਸਿਆ ਕਿ ਉਹਨਾਂ ਦਾ ਨਾਂ ਗਿਆਨੀ ਭਗਤ ਸਿੰਘ ਹੈ, ਤੇ ਉਹ ਉਹਨਾਂ ਨੇ ਪੁੱਛਿਆ ਵੀ ਗਿਆਨੀ ਦਾ ਕੀ ਮਤਲਬ ਹੁੰਦਾ? ਉਹ ਕਹਿੰਦੇ ਜਿਸ ਦਾ ਪ੍ਰੀਸਟ ਹੁੰਦਾ ਆ, ਤੇ ਤੁਹਾਡੇ ਪ੍ਰੀਸਟ ਹੁੰਦਾ, ਸਾਡੇ ਉਹਨੂੰ ਗਿਆਨੀ ਕਹਿੰਦੇ ਆ। ਤੇ ਉਹ ਫਿਰ ਵਕੀਲ ਨੇ ਸਲਾਹ ਦਿੱਤੀ ਕਿ ਤੁਸੀਂ ਉਹਨਾਂ ਨੂੰ ਐਜ਼ ਏ ਪ੍ਰੀਸਟ ਦੇ ਤੌਰ 'ਤੇ ਸੱਦ ਲਓ। ਤੇ ਉਸ ਪਰਿਵਾਰ ਨੇ ਫਿਰ ਆਪਣੇ ਆਲੇ ਦੁਆਲੇ ਹੋਰ 2-4 ਪਰਿਵਾਰਾਂ ਦੇ ਦਸਤਖਤ ਕਰਵਾ ਕੇ ਵੀ ਸਾਨੂੰ ਪ੍ਰੀਸਟ ਦੀ ਲੋੜ ਆ, ਭਾਈ ਦੀ ਲੋੜ ਆ, ਤੇ ਉਹਨਾਂ ਨੇ ਫਿਰ ਆਉਣਾ ਹੋਇਆ ਉਹਨਾਂ ਦਾ। ਤੁਹਾਨੂੰ ਪਤਾ ਨਹੀਂ ਸੀ ਕਿ ਤੁਹਾਡੇ ਬਾਬਾ ਜੀ ਦੇ ਇੱਥੇ ਪੈਸੇ ਬੈਂਕ ਦੇ ਵਿੱਚ ਪਏ ਆ? ਨਹੀਂ ਜੀ, ਨਾ ਸਾਨੂੰ ਪਤਾ ਸੀਗਾ, ਨਾ ਪਾਪਾ ਜੀ ਨੂੰ ਪਤਾ ਸੀਗਾ, ਕਿਉਂਕਿ ਚਿੱਠੀ ਤਾਂ ਉਹਨਾਂ ਦਿਨਾਂ ਦੇ ਵਿੱਚ 50 ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਕੋਈ ਆਂਦੀ ਜਾਂਦੀ ਨਹੀਂ ਸੀਗੀ, ਨਾ ਕੋਈ ਦੱਸਣੇ ਵਾਲਾ ਹੀ ਸੀਗਾ, ਵੀ ਚਿੱਠੀ ਪਾਣੇ ਵਾਲਾ ਹੀ ਸੀਗਾ ਵੀ ਚਿੱਠੀ ਪਾ ਕੇ ਦੱਸ ਦਈਏ। ਤੇ ਫਿਰ ਸਾਈਨ ਕਰ ਦਿੱਤੇ, ਤੁਹਾਡੇ ਫਾਦਰ ਸਾਹਿਬ ਇੱਥੇ ਆ ਗਏ, ਤੇ ਫਿਰ ਉਹਨਾਂ ਨੂੰ ਪੈਸੇ ਮਿਲ ਗਏ ਤੁਹਾਡੇ ਬਾਬਾ ਜੀ ਦੇ? ਹਾਂਜੀ, ਪੈਸੇ ਤਾਂ ਮਿਲ ਗਏ ਸੀਗੇ, ਤੇ ਉਹ ਪੈਸੇ ਤਾਂ ਫਿਰ ਸਾਡੇ ਭੂਆ ਜੀ ਦੇ ਨਾਂ ਤੇ, ਦੋਹਾਂ ਦੇ ਨਾਂ ਤੇ ਸੀਗੇ। ਪਾਪਾ ਜੀ ਹੁਣੀ 2 ਭੈਣ ਭਰਾ ਸੀਗੇ, ਤੇ ਵੀ ਪੈਸੇ ਵੀ ਮਿਲ ਗਏ। ਫਿਰ ਉਹ 2 ਸਾਲ ਰਹੇ ਤੇ, ਕਿਉਂਕਿ ਉਹਨਾਂ ਦਾ ਇੰਟਰਸਟ ਬਹੁਤਾ ਪੋਲੀਟਿਕਸ ਦੇ ਵਿੱਚ ਸੀਗਾ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਤੇ ਇਸ ਕਰਕੇ ਉਹਨਾਂ ਨੇ ਖੇਤੀਬਾੜੀ ਦਾ ਤਾਂ ਕਦੇ ਕੰਮ ਕੀਤਾ ਨਹੀਂ ਸੀਗਾ। ਢਾਡੀ ਜਥਾ ਸੀਗਾ ਅਮਰ ਸਿੰਘ ਚੌਂਕੀ ਦੇ ਨਾਲ। ਤੁਸੀਂ ਦੱਸਦੇ ਆ ਕਿ 1978 'ਚ ਉਹਨਾਂ ਇਲੈਕਸ਼ਨ ਵੀ ਲੜੀ? ਹਾਂਜੀ, ਪਹਿਲਾਂ ਉਹਨਾਂ ਨੇ 1967 ਦੇ ਵਿੱਚ ਜਦੋਂ ਮੁੜ ਕੇ ਚ ਗਏ ਆ, ਤੇ 67 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਟਿਕਟ ਮਿਲ ਗਈ ਸੀ ਗੜ੍ਹਸ਼ੰਕਰ ਦੇ ਇਲਾਕੇ ਤੋਂ MLA ਲਈ। ਪਰ ਫਿਰ ਉਹਦੇ ਸਾਡੇ ਤਾਇਆ ਜੀ ਹੁਣੀ, ਫੁੱਫੜ ਜੀ ਹੁਣੀ, ਹੋਰ ਰਿਸ਼ਤੇਦਾਰ ਕਹਿਣ ਲੱਗ ਪਏ ਵੀ ਆਪਣੇ ਪਰਿਵਾਰ ਨਿਆਣਿਆਂ ਨੂੰ ਤੂੰ ਆਸਟ੍ਰੇਲੀਆ ਪਹਿਲਾਂ ਜਾ ਕੇ ਸੈਟਲ ਕਰਿਆ, ਫਿਰ ਆ ਕੇ ਇਲੈਕਸ਼ਨਾਂ ਲੜੀ ਜਾਈ। ਇਲੈਕਸ਼ਨਾਂ ਦੇ ਵਿੱਚ ਕੋਈ ਪਤਾ ਨਹੀਂ ਹੁੰਦਾ ਵੀ ਕੌਣ ਜਿੱਤਣਾ ਹੈ ਤੇ ਕੌਣ ਹਾਰਨਾ ਆ, ਤੇ ਵੀ ਹੋਰ ਨਹੀਂ ਤਾਂ ਵੀ ਨਿਆਣਿਆਂ ਦੀ ਵੀ ਜਿਹੜੀ ਰਾਹਦਾਰੀਆਂ ਲਿਆਉਣੀਆਂ ਉਹ ਵੀ ਐਕਸਪਾਇਰ ਹੋ ਜਾਣ। ਸੋ ਤੁਸੀਂ ਇੱਥੇ ਆ ਗਏ, ਤੇ ਇੱਥੇ ਆਣ ਕੇ ਸਭ ਤੋਂ ਪਹਿਲਾਂ ਤੁਸੀਂ ਕੀ ਕਾਰੋਬਾਰ ਕੀਤਾ? ਕਿਉਂਕਿ ਤੁਹਾਡੇ ਫਾਦਰ ਵੀ ਇੱਥੇ ਰਹੇ ਸੀ, ਤੁਹਾਡਾ ਬੜਾ ਇੱਥੇ ਹੋਲਡ ਸੀ। ਪਹਿਲਾਂ ਜੀ ਅਸੀਂ ਉੱਥੇ ਫਿਰ ਨੌਰਥ ਕੁਈਨਜ਼ਲੈਂਡ ਆਏ, ਤੇ ਨੌਰਥ ਕੁਈਨਜ਼ਲੈਂਡ ਦੇ ਵਿੱਚ ਅਸੀਂ ਤਾਂ ਮੇਰੀ ਤਾਂ ਉਮਰ ਉਸ ਵੇਲੇ 15 ਸਾਲ ਦੀ ਸੀ, ਤੇ ਛੋਟਾ ਬ੍ਰਦਰ ਉਸ ਵੇਲੇ 13 ਸਾਲ ਦਾ ਸੀਗਾ, ਤੇ ਭੈਣ 17 ਸਾਲ ਦੀ ਸੀ। ਤੇ ਮੈਂ ਪਹਿਲਾਂ ਪ੍ਰਾਇਮਰੀ ਸਕੂਲ ਗਿਆ 3 ਮਹੀਨੇ ਲਈ, ਤੇ ਉਸ ਤੋਂ ਬਾਅਦ ਫਿਰ ਹਾਈ ਸਕੂਲ ਗਿਆ 1 ਸਾਲ ਲਈ, ਤੇ ਉਸ ਤੋਂ ਬਾਅਦ ਫਿਰ ਇਹ ਜਦੋਂ ਫਸਟ ਸਿੱਖ ਟੈਂਪਲ ਦੀ ਓਪਨਿੰਗ ਹੋਈ ਆ, ਕਿਉਂਕਿ ਮੇਰੇ ਫਾਦਰ ਹੋਣੀ ਪਹਿਲਾਂ ਤੋਂ ਹੀ ਸਿੱਖੀ ਸੁਭਾਅ ਦੇ ਸਨ, ਉਹਨਾਂ ਦੇ ਮਨ ਦੇ ਵਿੱਚ ਆਇਆ ਵੀ ਉਹ 4 ਕੋਰਨਰ ਦੇ ਉੱਤੇ ਪ੍ਰੋਗਰਾਮ ਦੇਖਿਆ, ਤੇ ਉਹਨੇ ਕਹਿੰਦੇ ਜੀ ਬਲਗੁਲਗੇ ਜ਼ਰੂਰ ਗੁਰਦੁਆਰਾ ਦੇਖਣ ਜਾਣਾ ਆ। ਤੇ ਉਹ ਫਿਰ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ, ਆਪਣੇ ਸਾਡੇ ਭਾਈ ਸਾਹਿਬ ਭਾਈ ਤੇਜਾ ਸਿੰਘ ਹੋਣੀ ਆ, ਨਸੀਬ ਸਿੰਘ ਹੋਣੀ ਆ, ਹੋਰ ਉੱਥੇ ਦੇ ਉਹਨਾਂ ਨਾਲ 5 ਬੰਦੇ ਸੀ, ਉਹਨਾਂ ਨੂੰ ਨਾਲ ਲੈ ਕੇ ਫਿਰ ਉਹ ਇੱਥੇ ਬਲਗੁਲਗਾ ਪਹੁੰਚੇ। ਜਦੋਂ ਉਹ ਬਲਗੁਲਗਾ ਪਹੁੰਚੇ ਤੇ ਫਿਰ ਜਦ ਇਹਨਾਂ ਬੰਦਿਆਂ ਨੂੰ ਇੱਥੇ ਫਿਲਮ ਪਰਿਵਾਰਾਂ ਨੂੰ ਮਿਲੇ, ਉਹਨਾਂ ਨੇ ਸਾਰੇ ਪਰਿਵਾਰ, ਕਿਉਂਕਿ ਨਵਾਂ ਸ਼ਹਿਰ ਇਲਾਕੇ ਦੇ ਸੀਗੇ, ਤੇ ਫਾਦਰ ਉਹਨਾਂ ਦਾ ਇਹਨਾਂ ਦਾ ਵੀ ਹੁਣ ਸ਼ੌਂਕੀ ਇਹਨਾਂ ਦਾ ਜਥਾ ਕਾਫੀ ਮਸ਼ਹੂਰ ਸੀ ਉਸ ਵੇਲੇ, ਤੇ ਤਕਰੀਬਨ ਸਾਰੇ ਹੀ ਉਹ ਸ਼ੌਂਕੀ ਦੇ ਬਹੁਤ ਚਾਹਵਾਨ ਸੀਗੇ ਤੇ ਫੈਨ ਸੀਗੇ। ਤਾਂ ਹੁਣ ਉਸ ਕਰਕੇ ਪਾਪਾ ਜੀ ਹੁਣੇ ਤਕਰੀਬਨ ਹਰੇਕ ਘਰ ਦੇ ਵਿੱਚ ਕਿਸੇ ਦੇ ਲੜਕੀ ਦੇ ਆਨੰਦ ਕਾਰਜ ਤੇ, ਕਿਸੇ ਦੇ ਖੰਡ ਪਾਠ ਦੇ ਉੱਤੇ, ਕਿਸੇ ਦੇ ਪਾਠ। ਉਹ ਜਥੇ 'ਚ ਉਹਨਾਂ ਕੰਮ ਕੀਤਾ, ਇੱਥੇ ਆਣ ਕੇ ਉਹਨਾਂ ਕੋਈ ਕੰਮ ਕੀਤਾ ਕਵਿਸ਼ਰੀ ਦਾ ਜਾਂ ਢਾਡੀ ਦਾ? ਉਹਨਾਂ ਨੇ ਜੀ ਫਿਰ ਉਹ ਤੋਂ ਆ ਕੇ ਜਦੋਂ ਅਸੀਂ ਫਿਰ ਕੁਈਨਜ਼ਲੈਂਡ ਤੋਂ ਇੱਥੇ ਆਏ ਆ ਨਾ ਬਲਗੁਲਗਾ ਦੇ ਵਿੱਚ ਐਂਡ ਆਫ 68 ਦੇ ਵਿੱਚ, ਤੇ ਫਿਰ ਉਹਨਾਂ ਨੇ ਇੱਥੇ ਆ ਕੇ ਸਭ ਤੋਂ ਪਹਿਲਾਂ ਇਹ ਥੈਂ ਆਪਣੇ ਪਰਿਵਾਰ ਲੈ ਚੁੱਕੇ ਸੀ, ਤੇ ਉਸ ਵੇਲੇ ਸਭ ਤੋਂ ਪਹਿਲਾਂ ਪਾਪਾ ਜੀ ਨੇ ਆ ਕੇ ਇੱਥੇ ਤੰਬੂ ਲਵਾਇਆ। ਤੰਬੂ ਲਵਾ ਕੇ ਤੇ ਫਿਰ ਸਹਿਜ ਪਾਠ ਰੱਖਿਆ। ਸਹਿਜ ਪਾਠ ਰੱਖਣ ਤੋਂ ਬਾਅਦ ਤੇ ਫਿਰ ਗੁਰਦੁਆਰਾ ਸਾਹਿਬ ਇਹਦੇ ਭੋਗ ਪਾਉਣ ਤੋਂ ਬਾਅਦ, ਤੇ ਫਿਰ ਇਹ ਜਿਹੜਾ ਨਿਸ਼ਾਨ ਸਾਹਿਬ ਸਾਹਮਣੇ ਤੁਸੀਂ ਦੇਖ ਰਹੇ ਆ, ਇਹ ਨਿਸ਼ਾਨ ਸਾਹਿਬ ਮੇਰੇ ਜਿਹੜਾ ਨਨਿਓਰਾ ਸਾਹਿਬ ਰੱਖ ਲਓ, ਮੇਰੇ ਘਰ ਵਾਲੀ ਦੇ ਨਾਨਾ ਜੀ ਆ, ਉਹਨਾਂ ਨੇ ਸਭ ਤੋਂ ਕਹਿੰਦੇ ਆ ਵੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਸਟ੍ਰੇਲੀਆ ਵਿੱਚ ਲੈ ਕੇ ਆਏ ਸੀ ਬਾਬਾ ਰਾਮ ਸਿੰਘ ਹੋਣੀ। ਤੇ ਜਦੋਂ ਤੁਸੀਂ ਇੱਥੇ ਆਏ ਆ, ਤੁਸੀਂ ਬੜੇ ਪੁਰਾਣੇ ਆ, ਉਦੋਂ ਕਿੰਨੇ ਕਿਤੇ ਸਿੱਖ ਸੀ ਆਸਟ੍ਰੇਲੀਆ ਦੇ ਵਿੱਚ, ਤੇ ਕੀ ਕਾਰੋਬਾਰ ਕਰਦੇ ਸੀ?
ਦੇਖੋ ਜੀ ਉਸ ਵੇਲੇ ਜਿੱਥੇ ਤੇ ਮੈਨੂੰ ਨੌਲੇਜ ਹੈਗੀ ਆ, ਤਕਰੀਬਨ ਸਾਡੇ ਆਸਟ੍ਰੇਲੀਆ ਦੇ ਵਿੱਚ ਬਲਗੋਲਗੇ ਦੇ ਵਿੱਚ ਇਹ ਗਿਣਤੀ ਜ਼ਿਆਦਾ ਸੀਗੀ, ਤੇ ਬ੍ਰਿਜਬੇਨ ਦੇ ਵਿੱਚ ਸਿਰਫ ਇੱਕ ਜਾਂ ਦੋ ਫੈਮਲੀਆਂ, ਬਹੁਤਾ ਨਹੀਂ, ਜਾਂ ਮੋਬਲੰਬਾ ਏਰੀਆ ਇਹੀ ਸਾਡਾ ਜਾਣੀ ਏਰੀਆ ਜ਼ਿਆਦਾ ਗਿਣਤੀ ਦੇ ਵਿੱਚ ਸੀਗਾ। ਤੇ 4 ਕੁ ਫੈਮਲੀਆਂ ਜਿੱਥੇ ਤੇ ਮੈਨੂੰ ਪਤਾ ਵੀ ਸਿਡਨੀ ਦੇ ਵਿੱਚ ਰਹਿੰਦੀਆਂ ਸੀਆਂ, ਤੇ 2 ਕੁ ਫੈਮਲੀਆਂ, 2 ਜਾਂ 3 ਫੈਮਲੀਆਂ ਮੈਲਬੌਰਨ ਦੇ ਵਿੱਚ ਰਹਿੰਦੀਆਂ ਸੀ, ਤੇ ਕੋਈ ਹੋਰ 1-2 ਇੱਧਰ ਉੱਧਰ ਹੋ ਗਈਆਂ ਤਾਂ ਪਤਾ ਨਹੀਂ ਹੈ। ਤੇ ਸਭ ਤੋਂ ਪਹਿਲਾਂ ਇਹ ਗੁਰਦੁਆਰਾ ਵਾ ਇੱਥੇ ਜਿੱਥੇ ਆਪਾਂ ਖੜੇ ਹਾਂ ਵਲਗੁਲਗਾ ਦੇ ਵਿੱਚ, ਆਸਟ੍ਰੇਲੀਆ ਦਾ ਸਿੱਖਾਂ ਦਾ, ਤੇ ਸਭ ਤੋਂ ਪਹਿਲਾਂ ਫਿਰ ਗੁਰੂ ਗ੍ਰੰਥ ਸਾਹਿਬ ਇੱਥੇ ਆਏ, ਉਹ ਕਿਸ ਤਰ੍ਹਾਂ ਲਿਆਂਦੇ ਗਏ ਉੱਥੋਂ ਇੰਡੀਆ ਤੋਂ? ਬੜਾ ਇਹ ਵੀ ਇੱਕ ਪਰਉਪਕਾਰ ਹੈ, ਇਹਦੇ ਬਾਰੇ ਥੋੜਾ ਜਿਹਾ ਪਤਾ ਤੁਹਾਨੂੰ? ਉਹ ਤਾਂ ਇੰਨਾ ਹੀ ਮੈਨੂੰ ਪਤਾ ਕਿ ਉਹ ਬਾਬਾ ਜੀ ਹੁਣ ਉਹਨਾਂ ਦਿਨਾਂ ਛਿੱਪਾਂ ਰਾਹੀਂ ਆਉਂਦੇ ਹੁੰਦੇ ਸੀਗੇ। ਸੋ ਬਾਬਾ ਰਾਮ ਸਿੰਘ ਜੀ ਹੁਣੀ ਆ, ਉਹ ਪਹਿਲਾਂ ਅਰਜਨਟੀਨਾ ਦੇ ਵਿੱਚ ਰਹਿ ਚੁੱਕੇ ਹੋ ਸਨ, ਤੇ ਅਰਜਨਟੀਨਾ ਤੋਂ ਬਾਅਦ ਫਿਰ ਬਜ਼ੁਰਗ ਜਿੱਦਾਂ ਇੱਧਰ ਆ ਗਏ, ਤੇ ਉਹਨੇ ਨਾਲ ਹੀ ਆਪਣੇ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਨਾਲ ਲੈ ਕੇ ਆਏ ਸੀ। ਇਹਦਾ ਮਤਲਬ ਤੁਹਾਡੇ ਨਾਨਾ ਜੀ ਜਿਹੜੇ ਇੱਥੇ ਲੈ ਗਏ, ਫਿਰ ਤੁਹਾਡੇ ਨਾਨਾ ਜੀ ਵੀ ਇੱਥੇ ਰਹਿੰਦੇ ਸੀ ਆਸਟ੍ਰੇਲੀਆ ਹੀ, ਤੁਹਾਡੀ ਵਾਈਫ ਦੇ? ਹਾਂਜੀ, ਉਹ ਇੱਥੇ ਹੀ ਰਹੇ ਆ ਬਹੁਤ। ਉਹਨਾਂ ਦੇ 110 ਸਾਲ ਦੀ ਉਮਰ ਦੇ ਹੋ ਗਏ, ਉਹ ਪੂਰੇ ਹੋਏ ਆ ਇੱਥੇ ਆਪਣੇ ਬੱਲਣਾਂ ਦੇ ਵਿੱਚ। ਉਹਨਾਂ ਦੇ 2 ਵੱਡੇ ਫਾਰਮ ਸੀ, ਉਹਨੇ ਹੁਕਮ ਕੀਤੀ ਸਾਰੀ ਉਮਰ ਦੇ ਵਿੱਚ, ਨਾਲ ਫਾਰਮ ਵੀ ਬਣਾਏ ਆਪਣੇ, ਕਾਫੀ ਤਕੜਾ ਕੰਮ ਸੀਗਾ ਉਹਨਾਂ ਦਾ। ਹੁਣ ਇੱਥੇ ਕਿੰਨੇ ਕੁ ਪਰਿਵਾਰ ਰਹਿੰਦੇ ਆ ਪਿੰਡ ਦੇ ਵਿੱਚ ਵਲਗੁਲਗੇ ਦੇ? ਜਿੱਥੇ ਤੇ ਮੈਨੂੰ ਗੈਸ ਕਰਦਾ 500-600 ਪਰਿਵਾਰ ਤਾਂ ਹੋਣਾ ਹੀ ਆ ਵਿੱਚੇ। ਹੁਣ ਜਿਹੜੇ ਨਵੇਂ ਪਰਿਵਾਰ ਵੀ ਬਹੁਤ ਸਾਰੇ ਆ ਗਏ ਆ, ਇਸ ਵੇਲੇ ਗਿਣਤੀ ਕਰਨੀ ਬਹੁਤ ਮੁਸ਼ਕਿਲ ਹੈ, ਕਿਉਂਕਿ ਪੁਰਾਣੇ ਪਰਿਵਾਰ, ਜਦੋਂ ਅਸੀਂ ਗੁਰਦੁਆਰਾ ਸਾਹਿਬ ਪਹਿਲਾਂ ਨਵੀਂ ਬਿਲਡਿੰਗ ਬਣਾਈ ਆ, ਤਾਂ ਉਸ ਵੇਲੇ ਸਾਨੂੰ ਇੱਦਾਂ ਲੱਗਦਾ ਸੀਗਾ ਵੀ ਅਸੀਂ ਬਹੁਤ ਵੱਡਾ ਹਾਲ ਬਣਾ ਲਿਆ ਆ। ਤੇ ਜਦੋਂ ਹੁਣ ਦੀਵਾਲੀ ਦਾ ਦਿਨ ਹੋਇਆ ਜਾਂ ਗੁਰਪੁਰਬ ਆਉਂਦੇ ਹਨ, ਤੇ ਉਸ ਵੇਲੇ ਲੱਗਦਾ ਵੀ ਇਹ ਵੀ ਗੁਰਦੁਆਰਾ ਛੋਟਾ ਹੋ ਗਿਆ ਆ, ਕਿਉਂਕਿ ਸੰਗਤ ਹੀ ਇੰਨੀ ਵੱਧ ਗਈ ਆ, ਤੇ ਗਿਣਤੀ ਕਰਨੀ ਕੋਈ ਉਸ ਲਈ ਹੈਰਾਨ ਰਹਿ ਜਾਂਦਾ ਆ ਕਿ ਵੀ ਇੰਨੇ ਲੋਕੀ ਕਿੱਧਰ ਰਹਿੰਦੇ ਹੈਗੇ ਆ, ਵੀ ਕਿੱਥੇ ਵੀ ਖੌਫ ਸਾਹਿਬ ਰਹਿੰਦੇ, ਬਲਗੋਲਗੇ ਦੇ ਵਿੱਚ ਰਹਿੰਦੇ, ਵੀ ਕਿੱਥੋਂ ਇੰਨੇ। ਗੁਰੂ ਦੀ ਕਿਰਪਾ ਸਾਰੀ। ਸੋ ਜਿਸ ਤਰ੍ਹਾਂ ਤੁਸੀਂ ਦੱਸਦੇ, ਬੜੀਆਂ ਇੱਥੇ ਮਾਲਾਂ ਮਾਰੀਆਂ ਜਿਹੜੇ ਆਪਣੇ ਪਰਿਵਾਰ ਰਹਿੰਦੇ ਆ, ਇਹ ਵੇਖਿਆ ਕਿ ਸਭ ਤੋਂ ਜ਼ਿਆਦਾ ਇਹ ਵਲਗੁਲਗੇ ਪਿੰਡ ਦੇ ਵਿੱਚ ਹੀ ਖੇਤੀ ਕਰਦੇ ਆ। ਕੀ ਕਾਰੋਬਾਰ ਕਰਦੇ ਆ? ਬੜੇ ਚੜ੍ਹਦੀ ਕਲਾ ਵਾਲੇ ਪਰਿਵਾਰ ਆ, ਸਾਰੇ ਖੇਤੀ ਕਰਦੇ ਆ, ਬੜੇ ਫਾਰਮ ਆ। ਦੇਖੋ ਜੀ, ਤੁਹਾਨੂੰ ਪਹਿਲਾਂ ਜਿੱਦਾਂ ਮੈਂ ਦੱਸਿਆ ਵੀ ਸਾਡਾ ਜ਼ਮੀਨ ਨਾਲ ਤਾਂ ਜੱਟਾਂ ਦਾ ਪਿਆਰ ਹੁੰਦਾ ਹੀ ਆ। ਜੱਟ ਨੂੰ ਦੱਸਦੇ ਆ ਜ਼ਮੀਨ ਪੁੱਤ ਨਾਲ ਪਿਆਰੀ ਜ਼ਿਆਦਾ ਹੁੰਦੀ ਆ। ਹਾਂਜੀ, ਤੇ ਇਸ ਕਰਕੇ ਸਾਰੇ ਫਿਰ ਪਹਿਲਾਂ ਜਦੋਂ ਬਨਾਨੇ ਦੀ ਇੰਡਸਟਰੀ ਫੇਲ ਹੋ ਗਈ ਸੀਗੀ, ਉਸ ਵੇਲੇ ਫਿਰ ਥੋੜ੍ਹੀ ਜਿਹੀ ਸਾਡੇ ਬੱਚੇ ਜਿਹੜੇ ਸੀਗੇ ਪੜ੍ਹੇ ਉਹ ਸਿਡਨੀ ਵਗੈਰਾ, ਮੈਲਬੌਰਨ ਵਗੈਰਾ ਨੂੰ ਨਿਕਲਣੇ ਸ਼ੁਰੂ ਹੋ ਗਏ ਸੀਗੇ, ਤੇ ਉਹ ਕਹਿੰਦੇ ਸੀ ਬਨਾਨੇ ਦੇ ਵਿੱਚ ਤਾਂ ਹੁਣ ਕੁਛ ਵੀ ਨਹੀਂ ਰਿਹਾ ਹੈਗਾ, ਸਾਡਾ ਭਵਿੱਖ ਨਹੀਂ ਹੈਗਾ, ਕੁਛ ਵੀ ਹੈਗਾ। ਤੇ ਸੋ ਗੁਰੂ ਦੀ ਕਿਰਪਾ ਐਸੀ ਹੋਈ ਵੀ ਬਲੂਬੈਰੀਆਂ ਦਾ ਫਸਲ ਆ ਗਈ, ਤੇ ਬਲੂਬੈਰੀਆਂ ਦਾ ਵਿੱਚ ਉਸ ਵੇਲੇ ਉਹਦੀ ਕਾਫੀ ਪਹਿਲਾਂ ਸ਼ੁਰੂਆਤ ਦੇ ਵਿੱਚ ਬਹੁਤ ਪੈਸੇ ਮਿਲਦੇ ਸੀ, ਬੱਚਤ ਹੁੰਦੀ ਸੀਗੀ। ਤੇ ਉਸ ਕਰਕੇ ਫਿਰ ਦੇਖਿਆ ਵੀ ਨਿਆਣਿਆਂ ਨੇ ਵੀ ਬਲੂਬੈਰੀਆਂ ਦੇ ਵਿੱਚ ਪੈਸੇ ਬਹੁਤ ਆ, ਤੇ ਹੁਣ ਉਹ ਤਾਂ ਸਾਡੇ ਹੁਣ ਕਈ ਨਿਆਣੇ ਇੱਥੇ ਇੰਜੀਨੀਅਰਿੰਗ ਕਰਕੇ ਵੀ ਛੱਡ ਕੇ ਉੱਥੋਂ ਆ ਗਏ ਆ, ਵੀ ਬਲੂਬੈਰੀ ਮੁੜ ਕੇ ਉਹੀ ਬਾਪੂ ਵਾਲਾ ਕਿੱਤਾ ਫੇਰ ਸੰਭਾਲਣਾ ਹੈਗਾ ਆ। ਇਹ ਬਾਪੂ ਦਾ ਆਪਣੇ ਗੁਰੂ ਨਾਨਕ ਸਾਹਿਬ ਨੇ ਵੀ ਇਹ ਕਿੱਤਾ ਕੀਤਾ। ਕਰਤਾਰਪੁਰ ਜਿਹੜੇ ਲਾਂਘੇ ਦੀ ਗੱਲ ਚੱਲਣ ਡਈ ਆ, ਉੱਥੇ 4 ਉਦਾਸੀਆਂ ਕਰਕੇ ਤੇ ਉੱਥੇ ਆਣ ਕੇ ਮੋਢੇ ਦੇ ਕਈ ਰੱਖੀ, ਹਲ ਵਾਇਆ, ਕਿਰਤ ਕੀਤੀ, ਖੂਨ ਪਸੀਨੇ ਦੀ ਕਮਾਈ ਕਰਕੇ ਉਹ 'ਚੋਂ ਦਸਵੰਧ ਕੱਢਿਆ, ਤੇ ਉਹੀ ਦਸਵੰਧ 20 ਰੁਪਈਆਂ ਜਿਹੜਾ ਸੱਚਾ ਸੌਦਾ ਜਿਹਨੂੰ ਦੇ ਨਾਂ ਤੇ ਜਾਣਿਆ ਜਾਂਦਾ। ਦੁਨੀਆ ਭਰ ਦੇ ਗੁਰਦੁਆਰਿਆਂ 'ਚ ਖਾਓ ਖਰਚੋ ਰਲ ਮਿਲ ਭਾਈ, ਤੋੜ ਨਾ ਆਵੇ ਵੱਧ ਹੋ ਜਾਏ। ਹਾਂਜੀ, ਵੀ ਇਹੀ ਆ, ਬਸ ਸਮਝ ਲਓ ਵੀ ਗੁਰੂ ਸਾਹਿਬ ਦੀ ਮਿਹਰ ਹੀ ਆ ਸਾਡੇ ਤੇ, ਸਾਰੇ ਆਪਣੇ ਤੇ, ਕਿ ਜੇ ਸਾਡੀ ਖੇਤੀ ਦੀ ਜਿਹੜੀ ਕਿਰਤ ਆ ਨਾ, ਇਹਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਬਰਕਤ ਹੈ। ਇਹਦੇ ਵਿੱਚ ਖੁਸ਼ੀ ਵੀ ਮਿਲਦੀ ਆ ਤੇ ਬਰਕਤ ਵੀ ਬਹੁਤ ਹੈ ਇਹਦੇ ਵਿੱਚ, ਔਰ ਇਹਦੇ ਵਿੱਚ ਸਿਹਤ ਵੀ ਠੀਕ ਰਹਿੰਦੀ ਆ। ਸਿਹਤ ਤਾਂ ਫਿਰ ਰਹਿਣੀ ਆ, ਜਦੋਂ ਤੁਸੀਂ ਫਿਜ਼ੀਕਲ ਕੰਮ ਕਰਦੇ ਹੈਗੇ ਆ, ਆਪਣਾ ਬਾਹਰੋਂ ਧੁੱਪ ਵੀ ਤੁਹਾਨੂੰ ਮਿਲਦੀ ਹੈ, ਵਿਟਾਮਿਨ ਡੀ ਵੀ ਕਾਫੀ ਮਿਲ ਜਾਂਦੀ ਆ, ਤੇ ਬਾਕੀ ਤੁਹਾਡੀ ਸਿਹਤ ਵੀ ਫਿਰ ਠੀਕ ਤੇ ਰਹਿਣੀ ਆ। ਤੇ ਬੜੀ ਵਧੀਆ ਕਿਰਪਾ ਗੁਰੂ ਨਾਨਕ ਦੀ ਆ ਕਿ ਵੇਖੋ, ਉਹ ਕੌਮ ਜਿਹਨੂੰ ਆਟੇ 'ਚੋਂ ਲੂਣ ਦੱਸਦੇ ਜਾਂ ਥੋੜ੍ਹੇ ਦੱਸਦੇ ਹੋ, ਵਰਲਡ ਦੇ ਕੋਨੇ ਦੇ ਵਿੱਚ ਛਾਈ ਪਈ ਆ, ਤੇ ਬੜੇ ਕਾਰੋਬਾਰ ਹੈ ਹਲੇ ਸਰਦਾਰਾਂ ਦੇ, ਸਿੱਖਾਂ ਦੇ, ਗੁਰੂ ਪਿਆਰਿਓ ਪੰਜਾਬੀਆਂ। ਇਹ ਗੁਰੂ ਨਾਨਕ ਦੀ ਵਡਿਆਈ ਆ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹਨਾਂ ਜਾਣੇ ਮੇਰਾ। ਤੇ ਜਿੱਥੇ ਵੀ ਆ ਹੱਸਦੇ ਆ, ਵਸਦੇ ਆ, ਬਾਅਦ 'ਚ ਪ੍ਰਸ਼ਾਦਾ ਵਿਛਾਦੇ, ਪਹਿਲਾਂ ਲਾ ਲਏ ਗਵਾਂਢੀ ਨੂੰ ਪੁੱਛਦੇ ਆ। ਤੇ ਸਿੱਖ ਚੈਨਲ ਬਾਰੇ ਤੁਸੀਂ ਕੀ ਜਾਣਦੇ ਜੇ, ਕਿਸ ਤਰ੍ਹਾਂ ਲੱਗ ਰਿਹਾ? ਸਿੱਖ ਚੈਨਲ ਤਾਂ ਮੈਨੂੰ ਤਾਂ ਜੀ ਪਿਛਲੇ ਥੋੜ੍ਹੇ ਦਿਨਾਂ ਤੋਂ ਮੈਂ ਦੇਖ ਰਿਹਾ YouTube ਦੇ ਉੱਤੇ, ਜੋ ਤੁਸੀਂ ਪ੍ਰੋਗਰਾਮ ਆਸਟ੍ਰੇਲੀਆ ਦਾ ਦੇ ਰਹੇ ਆ, ਤੇ ਪਹਿਲਾਂ ਤਾਂ ਮੈਨੂੰ ਕੋਈ ਬਹੁਤੀ ਵਾਕਫੀਅਤ ਨਹੀਂ ਸੀਗੀ, ਪਰ ਤੁਹਾਡਾ ਮੈਂ ਰਿਵਰਲੈਂਡ ਦਾ, ਗ੍ਰਿਫਤ ਦਾ ਦੇਖਿਆ ਥੋੜ੍ਹਾ ਜਿਹਾ, ਰਾਤ ਪ੍ਰੋਗਰਾਮ ਤੁਸੀਂ ਫਕਸ ਸ਼ਕਟਮਲ ਦਾ ਕੀਤਾ, ਜੋ ਕਿ ਮੈਨੂੰ ਬੜਾ ਹੀ ਪਸੰਦ ਆਇਆ ਹੈਗਾ। ਸੋ ਮੈਨੂੰ ਇਸ ਗੱਲ 'ਤੇ ਬੜਾ ਮਾਣ ਆ ਕਿ ਤੁਸੀਂ ਇਸ ਕੰਮ ਨੂੰ ਅੱਗੇ ਵਧਾ ਰਹੇ ਆ, ਤੇ ਦੁਨੀਆ ਦੇ ਵਿੱਚ ਵਸ ਰਹੇ ਸਿੱਖਾਂ 'ਤੇ ਤਾਂ ਹੀ, ਸਾਰੇ ਲੋਕਾਂ 'ਤੇ ਤਾਂ ਹੀ
ਆਪਣਾ ਸੰਦੇਸ਼ਾ ਪਹੁੰਚਾ ਰਹੇ ਹਾਂ ਕਿ ਸਾਡੇ ਸਿੱਖ ਕਿਸ ਤਰ੍ਹਾਂ ਦੁਨੀਆ ਦੇ ਵਿੱਚ ਰਹਿ ਰਹੇ ਹਨ। ਤੇ ਸਰਦਾਰ ਭੁਪਿੰਦਰ ਸਿੰਘ ਜੀ ਇਸ ਵਕਤ ਪੰਜਾਬੀ ਖਾਸ ਕਰਕੇ ਬੱਚੇ ਬੱਚੀਆਂ ਦਾ ਧਿਆਨ ਹੈ ਕਿ ਦਵਾ ਦਵਾ ਆਸਟ੍ਰੇਲੀਆ ਚੱਲ ਜਾਈਏ, ਕੈਨੇਡਾ ਚੱਲ ਜਾਈਏ, ਅਮਰੀਕਾ, UK, ਨਿਊਜ਼ੀਲੈਂਡ, ਕਿਉਂ ਇੱਧਰ ਨੂੰ ਵੀਰਾਂ ਘੱਤ ਰਿਹਾ? ਇੱਥੇ ਤੁਸੀਂ ਖੇਤੀ ਪ੍ਰਧਾਨ ਪਿੰਡ ਦੇ ਵਿੱਚ ਰਹਿੰਦੇ, ਆਸਟ੍ਰੇਲੀਆ ਦਾ ਸਭ ਤੋਂ ਮੰਨਿਆ ਪਿੰਡ ਆ, ਖੇਤੀ ਦੇ ਵਿੱਚ ਇੰਨੇ ਫਾਇਦੇ ਆ, ਕਿਉਂ ਉਧਰ ਖੇਤੀ ਨਹੀਂ ਕਿ ਕਰਦੇ? ਉਹ ਕਿੱਥੇ ਸਮੇਂ ਚੱਲ ਗਏ ਤੁਹਾਡੇ ਸਮੇਂ ਦੇ ਵਿੱਚ ਜਦੋਂ ਕਈ ਆਪਾਂ ਮੋਢੇ ਤੇ ਰੱਖੀ ਹੁੰਦੀ ਸੀ ਤੇ ਸਾਡੀਆਂ ਮਾਵਾਂ ਬੀਬੀਆਂ ਰੋਟੀਆਂ ਲੈ ਕੇ ਆਉਂਦੀਆਂ, ਲੱਸੀ ਦੀ ਚਾਟੀ ਸਿਰ ਤੇ ਹੁੰਦੀ ਸੀ, ਉੱਦਾਂ ਖਾਲ ਟੱਪ ਅੱਜ ਕਿੱਥੇ ਗਈਆਂ ਉਹ ਲੱਸੀ ਦੀਆਂ ਚਾਟੀਆਂ? ਉਹ ਕਿੱਥੇ ਗਏ? ਕਈ ਆ ਜਿਹੜੀਆਂ ਮੋਢੇ ਤੇ ਰੱਖਦੇ ਸੀ, ਸਵੇਰੇ ਸ਼ਾਮ ਨੂੰ ਜਿਹੜੇ ਮੁੰਡੇ ਆ ਕੋਈ ਰੋਟੀ ਨਹੀਂ ਜਾਂਦੀ ਅੱਜ ਕੱਲ੍ਹ ਖੇਤਾਂ ਦੇ ਵਿੱਚ, ਕੋਈ ਮੁੰਡੇ ਕੰਮ ਨਹੀਂ ਕਰਦੇ, ਕੀ ਕਾਰਨ ਆ? ਪਹਿਲਾਂ ਤਾਂ ਮੇਰੇ ਜੋ ਮੈਂ ਜਿੱਥੇ ਤੇ ਸਮਝਦਾ ਜੀ, ਪਹਿਲੀ ਤਾਂ ਕਾਰਨ ਇਹ ਆ ਵੀ ਪਹਿਲਾਂ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਦੇ ਵਿੱਚ ਸਤ ਸੰਤੋਖ ਬਹੁਤ ਸੀਗਾ ਤੇ ਸਬਰ ਸੀਗਾ, ਜਿੰਨੀ ਕਿ ਜੋ ਮਿਲ ਗਿਆ ਉਹਦੇ ਨਾਲ ਉਨੇ ਸਬਰ ਦੇ ਵਿੱਚ ਕਰ ਲੈਣੇ ਸੀ, ਸਿੰਪਲ ਲਾਈਫ ਜੀਂਦੇ ਸੀ। ਤੇ ਅੱਜ ਕੱਲ੍ਹ ਹੁਣ ਤੁਹਾਨੂੰ ਪਤਾ ਵੀ ਮੀਡੀਆ ਦਾ ਸਮਾਂ ਆ ਗਿਆ ਆ, ਦੁਨੀਆ ਦੇ ਵਿੱਚ ਤੁਸੀਂ 1 ਮਿੰਟ 'ਚ ਸਾਰੀ ਦੇਖਦੇ ਆ ਵੀ ਦੁਨੀਆ ਕੀ ਤੋਂ ਕੀ ਹੋ ਰਹੀ ਆ। ਉਹੀ ਤਰ੍ਹਾਂ ਸਾਡੀ ਨੌਜਵਾਨ ਪੀੜ੍ਹੀ ਵੀ ਉਹੀ ਚੀਜ਼ ਦੇਖਦੀ, ਉਹੀ ਚੀਜ਼ ਮੰਗਦੀ ਆ, ਚਾਹੁੰਦੀ ਆ ਵੀ ਅਸੀਂ ਵੀ ਇਸੇ ਤਰ੍ਹਾਂ ਰਹੀਏ। ਪਰ ਦੂਸਰੇ ਪਾਸੇ ਜੋ ਸਾਡੇ ਹੁਣ ਪੰਜਾਬ ਦੀ, ਅੱਬਲ ਤਾਂ ਹਿੰਦੁਸਤਾਨ ਦੀ ਰੱਖ ਲਓ, ਪੰਜਾਬ ਦੀ ਤਾਂ ਖਾਸ ਕਰਕੇ ਹਾਲਤ ਇਹੋ ਜਿਹੀ ਆ ਕਿ ਨਾ ਤਾਂ ਤੁਹਾਨੂੰ ਜੱਟਾਂ ਨੂੰ ਫਸਲਾਂ ਦੇ ਭਾਅ ਚੰਗੇ ਮਿਲਦੇ ਆ, ਤੇ ਜਦੋਂ ਕੋਈ ਆਫਤ ਆਉਂਦੀ ਹੈਗੀ ਆ ਤੇ ਗੌਰਮੈਂਟ ਵੀ ਕੋਈ ਮਦਦ ਨਹੀਂ ਕਰਦੀ ਹੈਗੀ। ਹੁਣ ਤੁਸੀਂ ਦੇਖੋ ਸਾਡੇ ਇੱਥੇ ਟਾਊਨਸਵਿਲ ਦੇ ਵਿੱਚ ਹੜ੍ਹ ਆਏ ਆ ਤੇ ਗੌਰਮੈਂਟ ਨੇ ਬਿਲੀਅਨ ਡਾਲਰਾਂ ਦੀ ਗ੍ਰਾਂਟ ਫਾਰਮਰਾਂ ਨੂੰ ਦੇ ਦਿੱਤੀ ਹੈਗੀ ਆ, ਤੇ ਉੱਥੇ ਆ ਵੀ ਸਾਡੇ ਜੱਟ ਆ ਉਹਨਾਂ ਨੂੰ ਹੁਣ ਗੜੇ ਪੈ ਗਏ ਆ, ਕਦੇ ਮੀਂਹ ਪੈ ਗਿਆ, ਕਦੇ ਕੁਝ ਹਨੇਰੀ ਆ ਗਈ ਆ, ਤੇ ਗੌਰਮੈਂਟ ਆ ਉਹ ਆਪਣੇ ਪੋਲੀਟੀਸ਼ੀਅਨ ਆਪਣੇ ਝੋਲੀਆਂ ਭਰੀ ਜਾਂਦੇ ਹੈਗੇ ਤੇ ਵਿਚਾਰਾ ਗਰੀਬ ਜੱਟ ਮਰੀ ਜਾਂਦਾ ਆ। ਸੋ ਪਿਆਰੇ ਦਰਸ਼ਕੋ, ਬੜੀ ਤਗੜੀ ਇਹਨਾਂ ਨੇ ਗੱਲ ਕੀਤੀ ਆ। ਜੇ ਜੱਟ ਮਜ਼ਬੂਤ ਆ ਤੇ ਦੇਸ਼ ਮਜ਼ਬੂਤ ਆ। ਹਰ ਇੱਕ ਬਿਜ਼ਨਸ ਉਹ ਜੱਟਾਂ ਦੇ ਸਿਰ ਤੇ ਚੱਲਣ ਡਿਆ, ਜ਼ਿਮੀਂਦਾਰਾਂ ਦੇ ਸਿਰ ਤੇ ਚੱਲਣ ਡਿਆ, ਪਰ ਪਤਾ ਨਹੀਂ ਕੀ ਕਾਰਨ ਸਰਕਾਰਾਂ ਦੇ ਕੰਨਾਂ ਤੇ ਜ਼ੂੰ ਨਹੀਂ ਸਰਕਦੀ। ਗੱਲ ਇਹਨਾਂ ਦੀ ਸਹੀ ਆ ਕਿ ਜਿੱਦਾਂ ਇੱਥੇ ਫਲੱਡ ਆਇਆ, ਮਿਲੀਅਨ ਪਾਉਂਡ ਇਹਨਾਂ ਕਿਸਾਨਾਂ ਨੂੰ ਦੇ ਦਿੱਤਾ, ਔਰ ਉੱਥੇ ਜਦੋਂ ਫਲੱਡ ਆਉਂਦਾ ਮਕਾਨ ਢੱਠ ਜਾਂਦੇ ਆ ਔਰ ਫਸਲਾਂ ਤਬਾਹ ਹੋ ਜਾਂਦੀਆਂ, ਤੇ ਉੱਥੇ ਜਿਹੜੇ ਵੱਡੇ ਵੱਡੇ ਜਿਹੜੇ ਲੋਕ ਆ ਜਿਨ੍ਹਾਂ ਦਾ ਅਸਰ ਰਸੂਖ ਆ ਸਰਕਾਰੀ ਦਰਬਾਰੇ, ਚਾਹੇ ਉਹਨਾਂ ਦੀ ਫਸਲ ਖਰਾਬ ਹੋਈ ਵਿੱਚ ਨਾ ਉਹ ਖਰਾਬਾ ਲੈ ਜਾਂਦੇ ਆ, ਚਾਹੇ ਉਹਨਾਂ ਦਾ ਮਕਾਨ ਟੱਠਾ ਹੋਵੇ ਚਾ ਨਾ ਉਹ ਸਾਰਾ ਕੁਝ ਲੈ ਜਾਂਦੇ ਆ, ਗਰੀਬ ਕਿਸਾਨ ਖਾਲੀ ਹੱਥ ਰਹਿ ਜਾਂਦਾ ਆ। ਸੋ ਅਖੀਰ ਦੇ ਵਿੱਚ ਇੱਕ ਅੱਧੇ ਸੈਕਿੰਡ 'ਚ ਕੀ ਸੁਨੇਹਾ ਦੇਣਾ ਚਾਹੋਗੇ ਦੁਨੀਆ ਨੂੰ? ਮੈਂ ਤਾਂ ਸੁਨੇਹਾ ਇਹੀ ਦੇਣਾ ਚਾਹੁੰਦਾ ਹਾਂ ਜੀ ਭਈ ਸਾਨੂੰ ਜਿਹੜੇ ਪੰਜਾਬ ਦੇ ਵਿੱਚ ਪੋਲੀਟੀਸ਼ੀਅਨ ਆ, ਖਾਸ ਕਰਕੇ ਜਿਹੜੇ ਸਿੱਖ ਆਪਣੇ ਪੋਲੀਟੀਸ਼ੀਅਨ ਹੈਗੇ ਆ, ਉਹਨਾਂ ਨੂੰ ਆਪਣੀ ਕੌਮ ਬਾਬਤ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਰੱਖਦੇ ਹੋਣ, ਉਹਨਾਂ ਨੂੰ ਪਹਿਲਾਂ ਆਪਣੀ ਕੌਮ ਬਾਬਤ ਸੋਚਣਾ ਚਾਹੀਦਾ। ਆਪਣੀ ਪਨੀਰੀ ਜਿੰਦੀ ਰਹੂਗੀ ਤਾਂ ਉਹ ਉਹਨਾਂ ਦੀਆਂ ਪਨੀਰੀਆਂ ਵੀ ਸਾਡੇ ਨਾਲ ਜਿੰਦੀਆਂ ਰਹੂਗੀਆਂ। ਜੇ ਬਾਕੀ ਸਿੱਖ ਕੌਮ ਮਰੂਗੀ ਤਾਂ ਉਹਨਾਂ ਪੋਲੀਟੀਸ਼ੀਅਨਾਂ ਦੀ ਵੀ ਕੌਮ ਬੱਚੇ ਨਾਲੇ ਉਸੇ ਤੇ ਵਿੱਚ ਘੜੀਸੇ ਜਾਣਗੇ। ਸੋ ਪੰਜਾਬ ਹੱਸਦਾ ਰਵੇ, ਪੰਜਾਬ ਵਸਦਾ ਰਵੇ, ਪੰਜਾਬ ਮਿੱਟੀਏ ਪੰਜਾਬ ਦੀ ਇਹ ਤੈਨੂੰ ਪ੍ਰਣਾਮ। ਸੋ ਸਾਰਿਆਂ ਨੂੰ ਅਰਦਾਸ ਕਰੋ ਕਿ ਸਾਰਾ ਹੀ ਇੱਕ ਪਰਿਵਾਰ ਆ, ਜਿੰਨੇ ਜੀ ਜੰਤੂ ਦੁਨੀਆ ਇੱਥੇ ਰਹਿੰਦੀ ਆ, ਗਰੁੱਪ ਐਰੋ ਸਾਰਿਆਂ ਦਾ ਇਤਫਾਕ ਰਵੇ। ਇਹ ਸਿੱਖ ਚੈਨਲ ਦਾ ਮੈਨੀਫੈਸਟੋ ਆ, ਮਿਲੀਅਨ ਬਿਲੀਅਨ ਸਿੱਖ ਇੱਕ ਝੰਡੇ ਥੱਲੇ ਇਕੱਠੇ ਕਰਨੇ, ਤੇ ਵੇਖੋ ਦੇਸ਼ਾਂ ਵਿਦੇਸ਼ਾਂ ਕਿੱਥੇ ਸਿੱਖ ਚੈਨਲ ਦੀ ਟੀਮ ਪਹੁੰਚ ਕੇ ਤੇ ਸਾਰੇ ਪ੍ਰੋਗਰਾਮ ਦਿਖਾ ਕੇ ਇੱਕ ਝੰਡੇ ਦੇ ਥੱਲੇ ਜਿਹੜੀ ਆ ਉਹ ਸਾਰੀ ਕੌਮ ਇਕੱਠੀ ਕਰ ਰਹੇ ਆ। ਸਿੱਖ ਚੈਨਲ ਵੇਖਣਾ ਨਾ ਭੁੱਲਣਾ, ਜ਼ਰੂਰ YouTube ਤੇ ਜਾਓ, YouTube ਤੇ ਜਾ ਕੇ ਸਿੱਖ ਚੈਨਲ ਪਾਓ, ਔਰ ਸਿੱਖ ਚੈਨਲ ਆਸਟ੍ਰੇਲੀਆ, ਸਿੱਖ ਚੈਨਲ USA, ਸਾਰੇ ਪ੍ਰੋਗਰਾਮ ਵੇਖੋ, ਤੇ ਲਾਈਵ ਜਿਹੜਾ ਵਾ ਉਹ ਵੀ ਆਪਣਾ ਜਿਹੜਾ ਵਾ ਉਹਦੇ ਨਾਲ ਵੀ ਆਪਣਾ ਉਹਨੂੰ ਵੀ ਲਾਈਕ ਕਰੋ, ਤੇ ਫੇਸਬੁੱਕ ਜਿਹੜਾ ਵਾ ਉਹ ਆਪਣਾ ਲਾਈਕ ਕਰੋ ਤੇ ਵੇਖਦੇ ਰਹਿਣਾ ਸਿੱਖ ਚੈਨਲ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਮੈਂ ਜਗਤਾਰ ਸਿੰਘ ਨਿੱਜਰ, ਨਾਲ ਕੈਮਰਾਮੈਨ ਤਲਵਿੰਦਰ ਸਿੰਘ ਲਾਲੀ ਅਤੇ ਸਾਡੀ ਪੂਰੀ ਆਸਟ੍ਰੇਲੀਆ ਸਿੱਖ ਚੈਨਲ ਦੀ ਟੀਮ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਇਹ ਸੀ ਪਿੰਡ ਵਲੁਗਲਗਾ, ਆਸਟ੍ਰੇਲੀਆ ਦਾ ਬੜਾ ਫੇਮਸ ਪਿੰਡ ਆ, ਮਸ਼ਹੂਰ ਪਿੰਡ ਆ, ਤੇ ਇੱਥੇ ਸਿੱਖਾਂ ਦਾ ਪਹਿਲਾ ਗੁਰਦੁਆਰਾ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।